ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਵੈਲਕਮ ਹੈ ਜੀ ਆਪਣੇ ਚੈਨਲ ਗਿੱਲ ਪੰਜਾਬੀ ਫੂਡ ਫੈਕਟਰੀ ਦੇ। ਹੁਣ ਜਿਹੜਾ ਸਵੇਰ ਦਾ ਟਾਈਮ ਹੋਇਆ, ਯਾਨੀ ਕਿ ਸਵੇਰ ਨਹੀਂ ਕਹਾਂਗੇ ਆਪਾਂ, ਸਵੇਰ ਦਾ ਟਾਈਮ ਤਾਂ ਜਾਣਾ ਹੀ ਹੈ ਵੀ। ਹੁਣ ਤਾਂ ਪਿੰਡਾਂ ਦੇ ਵਿੱਚ ਤਾਂ ਦੁਪਹਿਰਾ ਹੀ ਹੁੰਦਾ, ਪਰ ਕਈ ਲੋਕ 11 11:30 ਵਜੇ ਦੇ ਟਾਈਮ ਨੂੰ ਆ ਜਿਹੜਾ ਵੀ ਸਵੇਰ ਹੀ ਕਹਿ ਦਿੰਦੇ ਆ। ਅਤੇ ਹੁਣ 11:30 ਦਾ ਟਾਈਮ ਹੋਇਆ ਸੀਗਾ। ਮੈਂ ਜਿਹੜਾ ਨਹਾ ਰਹੀ ਸੀ, ਤਿਆਰ ਹੋ ਗਈ ਸੀ। ਅਤੇ ਕੱਲ੍ਹ ਤੁਹਾਨੂੰ ਪਤਾ ਮੇਕਅੱਪ ਵਾਲੀ ਵੀਡੀਓ ਸ਼ੂਟ ਕੀਤੀ ਸੀ, ਵਾਲ ਜਿਹੜੇ ਸਟਰੇਟ ਕੀਤੇ ਹੋਏ ਸੀ ਮੇਕਅੱਪ ਵਾਲੀ ਵੀਡੀਓ ਦੇ ਵਿੱਚ। ਮੈਂ ਕਿਹਾ ਚਲੋ ਅੱਜ ਪੋਨੀ ਕਰ ਲੈਂਦੇ ਹਾਂ, ਹੈ ਨਾ। ਅਤੇ ਮਤਲਬ ਵਾਲ ਵਧੀਆ ਪਏ ਸੀਗੇ, ਜਿੰਨਾ ਚਿਰ ਕੇਸੀ ਨਹੀਂ ਨਹਾਉਂਦੇ ਜਿੰਨੇ ਦਿਨ ਉਨੇ ਦਿਨ ਆਈ ਰਹਿਣਗੇ ਵੀ ਸਟਰੇਟ ਕੀਤੇ ਵਾਲ। ਅਤੇ ਬਾਕੀ ਬਰੀਕੀ ਨਾਲ ਜਦੋਂ ਆਪਾਂ ਸਟਰੇਟ ਕਰਦੇ ਨਾ ਇੱਕ ਤਰੀਕਾ ਹੁੰਦਾ ਹੈ ਨਾ, ਅਤੇ ਉਦੋਂ ਵੀ ਵਾਲ ਵਧੀਆ ਰਹਿੰਦੇ ਆ, ਕਾਫੀ ਦਿਨਾਂ ਤੱਕ ਵਧੀਆ ਪੈ ਰਹਿੰਦੇ ਆ। ਹਰਫ ਨੂੰ ਨਵਾਤਾ ਸੀ, ਹਰਫ ਤਿਆਰ ਹੋ ਗਿਆ ਸੀਗਾ। ਅਤੇ ਅਸੀਂ ਜਾਂਦੇ ਹਾਂ ਜੀ ਇੱਕ ਸਰਪ੍ਰਾਈਜ਼ ਵਿਜ਼ਿਟ ਕਰਦੇ ਹਾਂ, ਤੁਹਾਨੂੰ ਉੱਥੇ ਲੈ ਕੇ ਚੱਲਦੇ ਹਾਂ ਸਾਰਿਆਂ ਨੂੰ। ਅਤੇ ਬਹੁਤ ਜ਼ਿਆਦਾ ਕੁਛ ਹੈ, ਖਾਸ ਕਰ ਮੇਰੀਆਂ ਭੈਣਾਂ ਵਾਸਤੇ ਉੱਥੇ। ਤੁਹਾਡੇ ਨਾਲ ਬਹੁਤ ਜ਼ਿਆਦਾ ਵਧੀਆ ਇੰਟਰਸਟਿੰਗ ਵੀਡੀਓ ਮੈਂ ਸ਼ੇਅਰ ਕਰੂੰਗੀ, ਤੁਸੀਂ ਵੀਡੀਓ ਨੂੰ ਫੁੱਲ ਦੇਖਿਓ, ਵੀਡੀਓ ਦੇ ਨਾਲ ਬਣੇ ਰਹੋ। ਅਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਸ਼ੇਅਰ ਜ਼ਰੂਰ ਕਰ ਦਿਓ ਅੱਗੇ। ਅਤੇ ਆਪਣੇ ਚੈਨਲ ਨੂੰ ਜਿਹੜਾ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਕਾਫੀ ਦਿਨ ਹੋ ਗਏ ਸੀ, ਕਾਫੀ ਦਿਨਾਂ ਦੇ ਘਰੇ ਬੈਠੇ ਸੀ। ਬਾਕੀ ਮੈਨੂੰ ਇਨਵੀਟੇਸ਼ਨ ਆਇਆ ਸੀ ਉੱਥੋਂ, ਇਸ ਕਰਕੇ ਮੈਂ ਉੱਥੇ ਜਾ ਰਹੀ ਹਾਂ, ਅਤੇ ਉਹ ਵੀ ਸਪੈਸ਼ਲੀ ਤੁਹਾਡੇ ਲਈ। ਸੋ ਜ਼ਰੂਰ ਤੁਸੀਂ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਪਹਿਲਾਂ ਵੀਡੀਓ ਨੂੰ ਫੁੱਲ ਦੇਖੋ, ਆਪਾਂ ਤੁਹਾਡੇ ਨਾਲ ਹੋਰ ਵੀ ਹੈ ਜਿਹੜਾ ਇੰਟਰਸਟਿੰਗ ਚੀਜ਼ਾਂ ਸ਼ੇਅਰ ਕਰਾਂਗੇ। ਅਤੇ ਆਪਾਂ ਚੱਲਦੇ ਹਾਂ ਜੀ। ਫਿਰ ਕਿੱਥੇ ਚੱਲਦੇ ਹੋ ਤੁਹਾਨੂੰ ਅੱਗੇ ਵੀਡੀਓ 'ਚ ਪਤਾ ਲੱਗੂਗਾ। ਪਾਥੀਆਂ ਪੱਥਣ ਵਾਲੀਆਂ ਪਈਆਂ ਸੀ ਮੇਰੀਆਂ, ਕਿਉਂਕਿ ਮੈਂ ਨਾ ਸੁਬਾਹ 2 ਬੱਠਲ ਗੋਹੇ ਦੇ ਸਿੱਟ 'ਤੇ ਸੀਗੇ। ਮੈਂ ਕਿਹਾ ਚਲੋ ਮੈਂ ਆ ਕੇ ਪਾਥੀਆਂ ਪੱਥ ਦੂੰਗੀ, ਹੁਣ ਮੇਰਾ ਟਾਈਮ ਨਹੀਂ ਲੱਗਿਆ। ਸੁਬਾਹ ਫਟਾਫਟ ਕੰਮ ਧੰਦਾ ਨਿਬੇੜ ਕੇ ਅਤੇ ਮੈਂ ਰੋਟੀ ਬਣਾ ਲਈ, ਰੋਟੀ ਬਣਾ ਕੇ ਅਤੇ ਖਾ ਲਈ। ਅਤੇ ਪਸ਼ੂਆਂ ਨੂੰ ਵੀ ਮਤਲਬ ਪਾਣੀ ਪੂਣੀ ਪਿਆ ਕੇ ਜਿਹੜਾ ਬੰਨ੍ਹਤਾ, ਅਤੇ ਫਿਰ ਪਾਣੀ ਗਰਮ ਕੀਤਾ। ਅਤੇ ਇਹ ਤਾਂ ਮੈਨੂੰ ਕਹਿ ਦਿੰਦੇ ਆ ਕਾਫੀ ਵਾਰੀ ਵੀ ਆਪਾਂ ਗੀਜ਼ਰ ਲਵਾ ਲਈਏ, ਹੈ ਨਾ। ਅਤੇ ਮੈਂ ਘੋਲ ਕਰ ਜਾਂਦੀ, ਮੈਂ ਕਹਿੰਦੇ ਨਹੀਂ, ਮਤਲਬ ਬੰਦਾ ਨਾ ਜਿੱਲਾ ਜਿਹਾ ਬਣ ਜਾਂਦਾ ਹੈ ਨਾ। ਵੀ ਜਿਵੇਂ ਹੁਣ ਟੂਟੀ ਛੱਡ ਲਈ ਉੱਥੋਂ, ਕਿੱਥੇ ਥੋੜ੍ਹਾ ਬਹੁਤਾ ਤਾਂ ਮਤਲਬ ਐਂ ਹੁੰਦਾ ਹੀ ਆ ਵੀ ਆਪਦੇ ਹੱਥਾਂ ਨਾਲ ਥੋੜ੍ਹੀ ਜਿਹੀ ਆਪਾਂ ਹੈ ਨਾ ਵੀ ਐਕਸਰਸਾਈਜ਼ ਜਿਹੀ ਹੁੰਦੀ ਰਹਿੰਦੀ ਆ। ਕਿਉਂਕਿ ਜੇ ਸਾਰੀਆਂ ਚੀਜ਼ਾਂ ਹੀ ਆਪਾਂ ਇਸ ਤਰ੍ਹਾਂ ਦੀਆਂ ਚੂਜ਼ ਕਰ ਲਾਂਗੇ, ਹੁਣ ਕੱਪੜੇ ਧੋਣ ਵਾਲੀ ਮਸ਼ੀਨ ਵੀ ਦੇਖੋ ਆ ਗਈ, ਅਤੇ ਹੱਥਾਂ ਨਾਲ ਕੱਪੜੇ ਵੀ ਆਪਾਂ ਘੱਟ ਧੋਣੇ ਆ। ਅਤੇ ਮਤਲਬ ਇੱਥੋਂ ਤੱਕ ਕਿ ਧਾਰਾਂ ਚੋਣ ਵਾਲੀਆਂ ਮਸ਼ੀਨਾਂ ਵੀ ਆਉਂਦੀਆਂ। ਚਲੋ ਆਪਾਂ ਜਿਨ੍ਹਾਂ ਦੇ ਘੱਟ ਪਸ਼ੂ ਹੁੰਦੇ ਆ ਵੀ 1-2 ਪਸ਼ੂ ਆਪਾਂ ਘਰੇ ਰੱਖ ਲੈਂਦੇ ਹਾਂ, ਉਹਨਾਂ ਦਾ ਇੰਨੀ ਲੋੜ ਨਹੀਂ ਹੁੰਦੀ। ਪਰ ਜਿਹੜੇ ਲੋਕ ਡੇਅਰੀ ਦਾ ਕੰਮ ਕਰਦੇ ਨੇ, ਜ਼ਿਆਦਾ ਪਸ਼ੂ ਰੱਖਦੇ ਨੇ, ਅਤੇ ਇੱਕ ਗੱਲੋਂ ਤਾਂ ਫਾਇਦਾ ਵੀ ਹੁੰਦਾ ਇਹਨਾਂ ਚੀਜ਼ਾਂ ਦਾ, ਪਰ ਇੱਕ ਗੱਲੋਂ ਨੁਕਸਾਨ ਵੀ ਇਹ ਆ ਵੀ ਐਕਸਰਸਾਈਜ਼ ਆ ਜਿਹੜੀ ਘੱਟ ਹੁੰਦੀ ਆ ਹੱਥਾਂ ਪੈਰਾਂ ਦੀ। ਅਤੇ ਲੋਕ ਆ ਜਿਹੜੇ ਵੱਧ ਤੋਂ ਵੱਧ ਬਿਮਾਰੀਆਂ ਲੱਗ ਜਾਂਦੀਆਂ ਨੇ, ਕਿਉਂਕਿ ਜਿੰਨਾ ਚਿਰ ਸਰੀਰ ਨੂੰ ਜਿਹੜੀ ਐਕਸਰਸਾਈਜ਼ ਹੀ ਨਹੀਂ ਹੁੰਦੀ। ਹਰਪ ਗੰਢੇ ਵਾਲਾ ਭਾਈ ਆਇਆ ਬਾਹਰ, ਦੇਖ ਕੇ ਆਈ, ਲੰਘ ਗਿਆ ਕਿ। ਅਤੇ ਸ਼ਹਿਰੋਂ ਲੈ ਆਉਂਦੇ ਹੁੰਦੇ ਹਾਂ ਤਾਂ ਵੈਸੇ ਜੀ, ਕਈ ਵਾਰ ਇੱਥੇ ਬਾਹਰ 'ਚ ਆ ਜਾਂਦੇ ਆ ਤਾਂ ਫਿਰ ਲੈ ਲੈਂਦੇ ਹੁੰਦੇ ਗੰਢੇ। ਵੈਸੇ ਸ਼ਹਿਰ ਵਧੀਆ ਛਾਂਟ ਕੇ ਲੈ ਆਉਂਦੇ ਹੁੰਦੇ ਆ, ਇਹਨਾਂ ਕੋਲ ਥੋੜ੍ਹੇ ਛੋਟੇ ਗੰਢੇ ਹੁੰਦੇ ਆ, ਅਤੇ ਪਰ ਫਿਰ ਵੀ ਵਧੀਆ ਰਹਿੰਦੇ ਆ ਸਬਜ਼ੀ 'ਚ। ਕਿਉਂਕਿ ਵੱਡੇ ਗੰਢੇ ਲੈ ਆਉਣੇ, ਫਿਰ ਉਹ ਕੀ ਹੁੰਦਾ ਵੀ ਇੱਕ ਗੰਢੇ ਨੂੰ ਜੇ ਚੀਰ ਲੈਂਦੇ ਨਾ ਤਾਂ ਉਹਨੂੰ ਰੱਖਣ ਜੋਗਰੇ ਹਾਂ, ਜੇ ਦੂਜੇ ਦਿਨ ਵਰਤਾਂਗੇ ਉਹਨੂੰ ਖਰਾਬ ਹੋ ਜੂ। ਅਤੇ ਫਿਰ ਆਪਾਂ ਨੂੰ ਜੇ ਛੋਟਾ ਗੰਢਾ ਚਾਹੀਦਾ ਹੁੰਦਾ, ਜਦੋਂ ਫੈਮਿਲੀ ਛੋਟੀ ਹੁੰਦੀ ਹੈ, 1-2 ਛੋਟੇ ਗੰਢੇ ਚੀਰ ਲੈਂਦੇ ਹਾਂ। ਅਤੇ ਨਹੀਂ ਸਾਰੇ ਪਿਆਜ਼, ਗੰਢੇ, ਪਿਆਜ਼ ਜੋ ਵੀ ਕਹਿ ਲਓ, ਛੇਤੀ ਛੇਤੀ ਜਾ ਵੜੇ, ਹੈ ਨਾ। ਚੱਲ ਕੋਈ ਨਾ, ਫਿਰ ਆ ਜਾਣਗੇ। ਅਤੇ ਫਿਰ ਆਏ ਆ ਨਾ ਵੀ ਵੱਡੇ ਗੰਢੇ ਨੂੰ ਖਰਾਬ ਹੋ ਜਾਂਦੇ, ਚੀਰ ਕੇ ਰੱਖਦੇ, ਅੱਧਾ ਸਬਜ਼ੀ 'ਚ ਪਾ ਲੈਂਦੇ ਹਾਂ। ਅਤੇ ਜੇ ਹੁਣ ਆਪਾਂ ਛੋਟੇ ਗੰਢੇ ਪਹਿਲਾਂ ਲੈ ਕੇ ਰੱਖ ਲਈਏ, ਉਹ ਆਪਾਂ ਓਨਾ ਕੁ ਵਰਤ ਲੈਂਦੇ ਹੁੰਦੇ ਹਾਂ, ਹੈ ਨਾ, ਜਿੰਨੇ ਕੁ ਆਪਾਂ ਨੂੰ ਚਾਹੀਦੇ ਸਬਜ਼ੀ 'ਚ ਮਸਾਲਾ ਮਿਕਸ ਕਰਨ ਨੂੰ। ਅਤੇ ਬਾਕੀ ਹੋਰ ਵੀ ਸਮਾਨ ਸ਼ਹਿਰੋਂ ਲੈ ਆਉਂਦੇ ਹੁੰਦੇ। ਵੈਸੇ ਤਾਂ ਮੈਂ ਕਿਹਾ ਚਲੋ ਭਾਈ ਆਊਗਾ, ਹੋਰ ਵੀ ਇੱਕ ਭਾਈ ਨੂੰ ਦੇਖੀ ਜਾਂਦੇ ਸੀਗੇ, ਐਤਕੀ ਸੇਵੀਆਂ ਨਹੀਂ ਵੱਟੀਆਂ ਗਈਆਂ। ਵੈਸੇ ਨਾ ਅਸੀਂ ਸਾਰੇ ਪਿੰਡ 'ਚੋਂ ਪਤਾ ਕਰ ਲਿਆ, ਸਾਨੂੰ ਜਿੰਦਰੀ ਨਹੀਂ ਮਿਲੀ ਸੇਵੀਆਂ ਵੱਟਣ ਵਾਲੀ। ਅਤੇ ਲੋਕ ਘੱਟ ਰੱਖਣ ਲੱਗ ਗਏ, ਪਤਾ ਨਹੀਂ ਉਹੀ ਜਿਹੜੀਆਂ ਆਪਾਂ ਗੱਲਾਂ ਕਰੀ ਜਾਂਦੇ ਵੀ ਸਾਰਾ ਕੁਛ ਮਸ਼ੀਨਾਂ 'ਤੇ ਹੋ ਗਿਆ, ਜਿਹੜੀਆਂ ਸੇਵੀਆਂ ਹੁਣ ਉਹ ਵੀ ਫੀਟਰ 'ਤੇ ਆ ਜਾਂਦੀਆਂ, ਮਸ਼ੀਨ ਵਾਲੀਆਂ ਵਟਾ ਲੈਂਦੇ ਨੇ। ਅਤੇ ਘਰੇ ਕੋਈ ਵੀ ਨਹੀਂ ਵੱਟਦਾ। ਪਹਿਲਾਂ ਛੋਟੇ ਛੋਟੇ ਹੁੰਦੇ ਸੀਗੇ, ਮਾਮਾ ਬੀਬੀ ਮੈਂ ਅਸੀਂ ਬਾਰੀ ਵੱਟੇ, ਸਾਰੇ ਜਾਣੇ ਵੱਟਦੇ ਸੇਵੀਆਂ। ਅਤੇ ਕਿਉਂਕਿ ਵੀ ਜਦੋਂ ਇਸ ਤਰ੍ਹਾਂ ਦੇ ਆਪਾਂ ਕੰਮ ਧੰਦੇ ਰਲ ਕੇ ਕਰਦੇ ਹਾਂ, ਫਿਰ ਫੈਮਿਲੀ ਜਿਹੜਾ ਟਾਈਮ ਵੀ ਇਕੱਠਾ ਸਪੈਂਡ ਕਰ ਲੈਂਦੀ ਆ, ਅਤੇ ਗੱਲਾਂ ਬਾਤਾਂ ਹੁੰਦੀਆਂ ਨੇ। ਹੁਣ ਤਾਂ ਲੋਕ ਬਿਲਕੁਲ ਵੀ ਇਕੱਠੇ ਕੋਈ ਵੀ ਨਹੀਂ ਬਹਿੰਦਾ, ਅਤੇ ਬਸ ਜ਼ਿਆਦਾਤਰ ਮੋਸਟਲੀ ਆ ਜਿਹੜੇ ਲੋਕ ਫੋਨਾਂ 'ਤੇ ਹੀ ਰਹਿੰਦੇ ਨੇ, ਫੋਨ 'ਤੇ ਕੰਮ ਧੰਦਾ ਕਰਦੇ ਨੇ। ਬਹੁਤ ਲਾਈਫ ਦਾ ਪਹਿਲਾਂ ਨਾਲੋਂ ਫਰਕ ਪੈ ਗਿਆ। ਸੋ ਉਡੀਕੀ ਜਾਂਦੇ ਸੀਗੇ, ਅਤੇ ਜਿੰਦਰੀ ਨਹੀਂ ਮਿਲੀ ਵੀ ਚਲੋ ਭਾਈ ਆਉਣਗੇ, ਹੈ ਨਾ। ਵੀਰੇ ਨੂੰ ਉਹ ਦਿਨ ਆਏ ਸੀ, ਉਹਦੇ ਉਹਨਾਂ ਕੋਲ ਨਾ ਸੂਜੀ ਅਤੇ ਮੈਦਾ ਸੀ। ਉਹ ਕਹਿੰਦੇ ਜਾਂ ਤਾਂ ਅਸੀਂ ਮੈਦੇ ਦੀਆਂ ਵੱਟਾਂਗੇ ਜਾਂ ਸੂਜੀ ਦੀਆਂ ਸੇਵੀਆਂ। ਅਤੇ ਮੈਂ ਉਹਨਾਂ ਨੂੰ ਕਿਹਾ ਵੀਰੇ ਨਹੀਂ, ਅਸੀਂ ਕੱਪੜ ਛਾਣ ਕਰਕੇ ਆਟਾ ਵੀ ਅਸੀਂ ਆਟੇ ਦੀਆਂ ਹੀ ਵਟਾਉਣੀਆਂ ਵੀ ਮੈਦੇ ਵਾਂਗੂ ਬਣ ਜਾਂਦਾ। ਉਹ ਕਹਿੰਦੇ ਵੀ ਫਿਰ ਮੈਂ ਬੀਬੀ ਨੂੰ ਫੋਨ ਲਾ ਕੇ ਪੁੱਛਿਆ, ਕਿਉਂਕਿ ਮੈਨੂੰ ਇੰਨਾ ਹਿਸਾਬ ਹੈ ਨਹੀਂ ਸੀ। ਬੀਬੀ ਮੈਨੂੰ ਕਹਿੰਦੀ ਵੀ ਤੂੰ 4 ਕਿਲੋ ਜੇ 5 ਕਿਲੋ ਦੀਆਂ ਵੀ ਵਟਾਉਣੀਆਂ, ਕਿਉਂਕਿ ਇੰਨੀਆਂ ਕੁ ਸਾਨੂੰ ਵਾਧੂ ਆ। ਤਾਂ ਬੀਬੀ ਕਹਿੰਦੀ ਵੀ ਤੂੰ ਮਤਲਬ ਐਂ ਕਰੀ ਵੀ 4 ਕਿਲੋ ਆਟਾ ਵੀ ਕੱਪੜ ਛਾਣ ਕਰ ਲਈ, ਅਤੇ ਕਿਲੋ ਕੁ ਮੈਦਾ ਪਵਾ ਲਈ ਵਿੱਚ, ਵਧੀਆ ਬਣ ਜਾਣਗੀਆਂ।
ਮੈਂ ਬਹੁਤ ਮੈਨੂੰ ਲੱਗਦਾ ਵੀ ਮੈਨੂੰ ਅੱਧਾ ਕੁ ਘੰਟਾ ਲੱਗ ਗਿਆ ਸੀ ਰਸੋਈ ਦੇ ਵਿੱਚ ਕੱਪੜ ਛਾਣ ਕਰਕੇ ਰੱਖਦੀ ਨੂੰ ਆਟਾ। ਸ਼ਿਫੋਨ ਦੀ ਮੇਰੀ ਚੁੰਨੀ ਸੀ, ਉਹਦੇ ਨਾਲ ਮੈਂ ਕੱਪੜ ਛਾਣ ਕਰ ਲਿਆ ਸੀ ਆਟੇ ਨੂੰ। ਪਰ ਮੈਂ ਝੋਲੇ ਦੇ ਵਿੱਚ ਆਟਾ ਜਿਹੜਾ ਪਾ ਕੇ ਰੱਖਿਆ, ਮੈਂ 3 ਦਿਨ ਹੋ ਗਏ, ਅੱਜ ਮੈਨੂੰ ਚੌਥਾ ਦਿਨ ਹੋ ਗਿਆ ਉਹਨਾਂ ਨੂੰ ਡਿੱਕੀ ਜਾਂਦੀ ਉਹਨੂੰ, ਕੋਈ ਵੀ ਨਹੀਂ ਆਇਆ। ਅਤੇ ਮੈਂ ਪੂਰਾ ਵੀ ਮਤਲਬ ਸਾਰਾ ਇੰਤਜ਼ਾਮ ਵੀ ਕਰਕੇ ਰੱਖ ਲਿਆ ਸੀਗਾ ਵੀ ਸੇਵੀਆਂ ਆਪਾਂ ਸੁੱਕਣੀਆਂ ਪਾਵਾਂਗੇ ਇੱਥੇ ਐਂ, ਕਿਉਂਕਿ ਐਂ ਸੀਗਾ ਵੀ ਇੱਕ ਤਾਂ ਚੰਗੀਆਂ ਹੁੰਦੀਆਂ ਨੇ ਵੀ ਸਿਆਲਾਂ 'ਚ ਖਾਧੀਆਂ ਜਾਂਦੀਆਂ ਨੇ, ਤਾਕਤ ਹੁੰਦੀ ਹੈ। ਬਾਕੀ ਇਸ ਤਰ੍ਹਾਂ ਕੱਪੜ ਜਾਣ ਕਰਕੇ ਆਟੇ ਦੀਆਂ ਸੇਵੀਆਂ ਬਣਾਉਣੀਆਂ ਤਾਂ ਵਧੀਆ ਰਹਿੰਦੀਆਂ। ਵੈਸੇ ਤਾਂ ਹੁਣ ਜਿਵੇਂ ਪਹਿਲਾਂ ਸੇਵੀਆਂ ਵੱਟਦੇ ਸੀ ਤੌੜੇ 'ਤੇ, ਉਹ ਸੇਵੀਆਂ ਕੀ ਉਹ ਦੁੱਧ ਜ਼ਿਆਦਾ ਸੋਖਦੀਆਂ ਸੀ, ਉਹਦੇ ਕਾਰਨ ਉਹਦੇ 'ਚ ਤਾਕਤ ਬਹੁਤ ਜ਼ਿਆਦਾ ਹੁੰਦੀ ਸੀ, ਜੋ ਕਿ ਆਪਣੀ ਸਿਹਤ ਵਾਸਤੇ ਬਹੁਤ ਜ਼ਿਆਦਾ ਚੰਗੀਆਂ ਹੁੰਦੀਆਂ ਸੀ। ਪਰ ਹੁਣ ਤਾਂ ਮਸ਼ੀਨ 'ਤੇ ਸਾਰੀਆਂ ਚੀਜ਼ਾਂ ਬਣਨ ਲੱਗ ਗਈਆਂ ਨੇ, ਸੋ ਇਸ ਕਰਕੇ ਅਵੋਇਡ ਕਰਦੇ ਹੁੰਦੇ ਆ ਵੀ ਘੱਟ ਤੋਂ ਘੱਟ ਜਿਹੜਾ ਮਸ਼ੀਨਾਂ ਦੀ ਵਰਤੋਂ ਕਰੀਏ। ਸੋ ਇਸ ਕਰਕੇ ਮੈਂ ਤਾਂ ਗੀਜ਼ਰ ਵੀ ਨਹੀਂ ਲਵਾਇਆ ਘਰੇ, ਵੀ ਚੁੱਲ੍ਹੇ 'ਤੇ ਪਾਣੀ ਤੱਤਾ ਕਰਿਆ ਕਰਾਂਗੇ। ਵੈਸੇ ਚੁੱਲ੍ਹੇ 'ਤੇ ਨਹੀਂ ਕੋਈ ਖੇਚਲ ਤਾਂ ਨਹੀਂ ਲੱਗਦੀ, ਪਰ ਫਿਰ ਵੀ ਬੰਦਾ ਮੋਟਰ ਤੋਂ ਪਤੀਲਾ ਦਾ ਲੈ ਕੇ ਆਊਗਾ ਪਾਣੀ ਦਾ ਭਰ ਕੇ, ਜਾਂ ਕੋਈ ਇਸ ਤਰ੍ਹਾਂ ਬਾਲਣ ਤਾਂ ਅੱਗ ਤਾਂ ਮਚਾਊਗਾ, ਸੋ ਖੇਚਲ ਤਾਂ ਕਰੂਗਾ। ਸੋ ਥੋੜ੍ਹੀ ਬਹੁਤੀ ਮਤਲਬ ਅੱਜ ਕੱਲ੍ਹ ਦੀ ਲਾਈਫ ਹੀ ਇੰਨੀ ਬਿਜੀ ਹੋ ਗਈ ਹੈ, ਸਾਰਾ ਕੁਛ ਇਸ ਤਰ੍ਹਾਂ ਦਾ ਹੋ ਗਿਆ ਵੀ ਹਰ ਇੱਕ ਚੀਜ਼ ਦੇ ਵਿੱਚ ਆਪਾਂ ਥੋੜ੍ਹੀ ਚੀਜ਼ ਦੇ ਵਿੱਚ ਆਪਾਂ ਨੂੰ ਭਾਲਣਾ ਚਾਹੀਦਾ ਵੀ ਆਪਣੀ ਇੱਥੋਂ ਵੀ ਐਕਸਰਸਾਈਜ਼ ਹੋ ਜੇ, ਆਪਾਂ ਆਹ ਕੰਮ ਧੰਦਾ ਕਰ ਲਈਏ, ਕਿ ਜੇ ਕਿਤੇ ਜਾਂਦੇ ਆਪਣੀ ਥੋੜ੍ਹੀ ਬਹੁਤੀ ਐਕਸਰਸਾਈਜ਼ ਹੋਏ, ਆਪਣੀ ਜਿਹੜੀ ਹੈਲਥ ਹੈ ਉਹ ਸਹੀ ਰਵੇ। ਸੋ ਹੈਲਥ ਨੂੰ ਲੈ ਕੇ ਸਾਰਿਆਂ ਨੂੰ ਜਾਗਰੂਕ ਹੋਣਾ ਚਾਹੀਦਾ। ਵੈਸੇ ਅੱਜ ਦਾ ਆਪਣਾ ਬਲੌਗ ਤਾਂ ਹੋਰ ਮਤਲਬ ਆਪਾਂ ਜਾ ਰਹੇ ਹਾਂ ਵੀ ਬਾਹਰ ਤੁਹਾਨੂੰ ਘੁੰਮਣ ਘੁਮਾਉਣ, ਅਤੇ ਕੁਛ ਤੁਹਾਡੇ ਨਾਲ ਸ਼ੋਪਿੰਗ ਸ਼ੇਅਰ ਕਰਾਂਗੇ, ਕੁਛ ਇੰਟਰਸਟਿੰਗ ਚੀਜ਼ਾਂ ਸ਼ੇਅਰ ਕਰਾਂਗੇ ਵੀ ਆਪਣਾ ਬਲੌਗ ਇਸ ਤਰ੍ਹਾਂ ਦਾ। ਪਰ ਮੈਂ ਤੁਹਾਨੂੰ ਹੈਲਥ ਬਾਰੇ ਵੀ ਦੱਸਣ ਲੱਗੀ, ਵੈਸੇ ਤਾਂ ਸਾਰਿਆਂ ਨੂੰ ਨੌਲੇਜ ਹੈ, ਬਟ ਜੇਕਰ ਜਿੰਨੀ ਕੁ ਮੇਰੇ ਕੋਲ ਨੌਲੇਜ ਹੈਗੀ ਹੈ, ਜੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੂੰ, ਉਹਦੇ ਵਿੱਚ ਮੈਨੂੰ ਕੀ ਹੈ ਨਾ ਨੁਕਸਾਨ ਹੈ। ਕਿਸੇ ਦਾ ਜੇ ਫਾਇਦਾ ਹੁੰਦਾ, ਆਪਾਂ 2 ਗੱਲਾਂ ਉਹਦੇ ਨਾਲ ਸ਼ੇਅਰ ਕਰਦੇ ਹਾਂ, ਕਿਸੇ ਦਾ ਫਾਇਦਾ ਹੁੰਦਾ ਤਾਂ ਉਹਦੇ ਵਿੱਚ ਆਪਾਂ ਨੂੰ ਤਾਂ ਕੋਈ ਨੁਕਸਾਨ ਨਹੀਂ ਨਾ, ਆਪਾਂ ਤਾਂ ਭਲਾ ਹੀ ਕਰ ਰਹੇ ਹਾਂ ਨਾ ਅਗਲੇ ਦਾ, ਹੈ ਨਾ। ਬਾਕੀ ਸਾਰਿਆਂ ਨੂੰ ਇੰਨੀ ਕੁ ਨੌਲੇਜ ਹੁੰਦੀ ਹੈ, ਮੈਂ ਕਿਹਾ ਚਲੋ ਸ਼ੇਅਰ ਕਰ ਲਈਏ ਤੁਹਾਡੇ ਨਾਲ ਗੱਲਾਂ। ਹਾਂ ਆ ਗਏ ਦੁਬਾਰੇ, ਚਲੋ ਠੀਕ ਹੈ ਜੀ। ਮੈਂ ਗੰਢੇ ਦੇਖ ਲਾਂ ਜੇ ਮੈਨੂੰ ਮਿਲਦੇ ਆ ਵਧੀਆ ਤਾਂ ਫੇਰ ਹੀ ਲਊਂਗੀ ਮੈਂ, ਰੇਟ ਰੂਟ ਪੁੱਛ ਕੇ ਟੈਂਪੂ ਵਾਲੇ ਲੰਘ ਨਾ ਜਾਣ। ਅਤੇ ਤੁਹਾਨੂੰ ਮਿਲਦੇ ਆ ਬਲੌਗ ਦੇ ਵਿੱਚ। ਅਤੇ ਦੇਖੋ ਜੀ ਇੱਧਰ ਮੈਂ ਪਾਥੀਆਂ ਪਾਤੀ ਹੁੰਦੀ ਆ, ਜਿਹੜੇ ਗੀਰੇ ਵਾਲੀਆਂ ਪਾਥੀਆਂ ਉਹ ਮੈਂ ਅੰਦਰ ਰੱਖਤੀਆਂ, ਅਤੇ ਆਹ ਮੈਂ ਪਿਛਲੇ 2 ਦਿਨਾਂ 'ਚ ਪਾਥੀਆਂ ਬੱਥੀਆਂ ਨੇ ਇੱਥੇ, ਅਤੇ ਆਹ ਪੱਥਣ ਵਾਲੀਆਂ ਪਈਆਂ ਨੇ। ਹੁਣ ਆਪਾਂ ਘਰੋਂ ਹੈ ਜਿਹੜੀ ਗੱਡੀ ਕੱਢ ਲੈਂਦੇ ਹਾਂ ਅਤੇ ਆਪਾਂ ਚੱਲਦੇ ਹਾਂ। ਅਤੇ ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਆਪਣੇ ਜਿਹੜੇ ਵਿਚਾਰ ਹੁੰਦੇ ਆ ਮੇਰੇ ਨਾਲ ਜ਼ਰੂਰ ਸਾਂਝੇ ਕਰਿਆ ਕਰੋ। ਕੁਛ ਸੁਜੈਸ਼ਨ ਦੇਣਾ ਚਾਹੁੰਦੇ ਹੋ ਪਲੀਜ਼ ਤੁਸੀਂ ਕਮੈਂਟ ਕਰਕੇ ਸੁਜੈਸ਼ਨ ਦਿਆ ਕਰੋ ਮੈਨੂੰ। ਐਂਡ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਤੁਹਾਨੂੰ ਮੇਰੀ, ਉਹ ਵੀ ਦੱਸਿਆ ਕਰੋ ਕਮੈਂਟ ਕਰਕੇ। ਚਲੋ ਜੀ ਆਪਾਂ ਵੀ ਚੱਲਦੇ ਹਾਂ ਫਿਰ। ਆਪੇ ਪਾਪਾ ਖੜੇ ਗੱਡੀ ਲਈ ਬਾਹਰ, ਜਿਹੜਾ ਲਾ ਰਹੀ ਦਰਵਾਜ਼ੇ ਦਾ। ਤੇ ਲਓ ਜੀ ਆਪਾਂ ਆ ਗਏ ਜਿੱਥੇ ਆਉਣਾ ਸੀਗਾ। ਤੁਹਾਡੇ ਲਈ ਮੈਂ ਤੁਹਾਨੂੰ ਦੱਸਿਆ ਸੀ ਵੀ ਸਰਪ੍ਰਾਈਜ਼ ਆ, ਤੁਹਾਨੂੰ ਲੈ ਕੇ ਚੱਲਦੀ ਹਾਂ। ਤੇ ਚਲੋ ਮੈਂ ਤੇ ਹਰਫ ਚੱਲਦੇ ਹਾਂ ਫਿਰ, ਤੇ ਤੁਹਾਨੂੰ ਦਿਖਾਉਣੇ। ਹਾਂਜੀ ਲਓ ਜੀ, ਮੈਂ ਤੁਹਾਨੂੰ ਦੱਸਿਆ ਸੀਗਾ ਨਾ ਵੀ ਆਪਾਂ ਚੱਲਦੇ ਹਾਂ, ਇੱਥੇ ਐਗਜੀਬਿਸ਼ਨ ਲੱਗੀ ਹੋਈ ਹੈ, ਦੀਦੀ ਨੇ ਜਵੈਲਰੀ ਦੀ ਐਗਜੀਬਿਸ਼ਨ ਲਾਈ ਹੈ। ਦੀ ਪਹਿਲਾਂ ਕਿੱਥੇ ਸੀਗੀ? ਬਰਨਾਲੇ। ਪਰਸੋਂ ਬਰਨਾਲੇ ਸੀ। ਤੁਹਾਨੂੰ ਦੀਨਾ ਵੀ ਮਿਲਾ ਦਿੰਦੀ ਹਾਂ, ਦੇਖ ਲੈ। ਤੇ ਇੱਥੇ ਐਗਜੀਬਿਸ਼ਨ ਜਵੈਲਰੀ ਦੀ ਲੱਗੀ ਹੈ। ਮੈਂ ਕਿਹਾ ਤੁਹਾਡੇ ਨਾਲ ਮੈਂ ਸ਼ੇਅਰ ਕਰ ਲਾਂ, ਕਿਉਂਕਿ ਤੁਸੀਂ ਕਾਫੀ ਜ਼ਿਆਦਾ ਮੇਰੇ ਜਿਹੜੀਆਂ ਸ਼ੋਪਿੰਗ ਵਾਲੀਆਂ ਵੀਡੀਓਜ਼ ਨੂੰ ਪਸੰਦ ਕਰਦੇ ਹੁੰਦੇ ਹੋ। ਅਤੇ ਵੈਸੇ ਮੈਂ ਆਪਣੇ ਲਈ ਕੁਛ ਵੀ ਕਲੈਕਸ਼ਨ ਦੇਖਣ ਵੀ ਆਈ ਸੀ ਇੱਥੇ, ਵੀ ਜੇਕਰ ਮੇਰੇ ਲਈ ਕੁਛ ਮੈਨੂੰ ਵੀ ਵਧੀਆ, ਵੈਸੇ ਤਾਂ ਸਾਰੇ ਹੀ ਵਧੀਆ, ਪਰ ਜਿਹੜੀ ਚੀਜ਼ ਮੈਨੂੰ ਚਾਹੀਦੀ ਹੈ ਸ਼ਾਇਦ ਮੈਂ ਇੱਥੋਂ ਲੈ ਜਾਂ। ਅਤੇ ਬਾਕੀ ਨੈਕਸਟ ਵੀਡੀਓ 'ਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੈਂ ਕੀ ਖਰੀਦਿਆ, ਕੀ ਲੈ ਕੇ ਗਈ ਹਾਂ। ਬਾਕੀ 40% ਆਫ ਹੈ ਦੀ, 40% ਆਫ ਹੈ। ਐਗਜੀਬਿਸ਼ਨ ਦਾ ਮਤਲਬ ਹੀ ਹੁੰਦਾ ਵੀ ਆਪਾਂ ਨੂੰ ਥੋੜ੍ਹਾ ਬਹੁਤਾ ਆਫ ਮਿਲ ਜਾਂਦਾ ਹੈ। ਅਤੇ ਚਲੋ ਜੀ ਮੈਂ ਤੁਹਾਡੇ ਨਾਲ ਸ਼ੇਅਰ ਕਰਕੇ ਤੁਹਾਨੂੰ ਦਿਖਾਉਣੀ ਹੈ ਵੀ ਕਿਸ ਤਰ੍ਹਾਂ ਦੀ ਜਵੈਲਰੀ ਹੈ। ਆਕਸੀਡਾਈਜ਼ ਵੀ ਹੈ, ਅਤੇ ਨੈਕਲੈਸ ਪੀਸ ਵੀ ਹੈ, ਈਅਰਿੰਗ ਵੀ ਹੈ, ਬਹੁਤ ਕੁਛ ਹੈ। ਅਤੇ
ਚਲੋ ਜੀ, ਜਿਵੇਂ ਕਿ ਤੁਹਾਨੂੰ ਦੱਸ ਹੀ ਦਿੱਤਾ, ਆਪਾਂ ਇੱਥੇ ਆ ਗਏ ਹਾਂ। ਜਿਹੜੀਆਂ ਮੇਰੀਆਂ ਭੈਣਾਂ, ਮੇਰੇ ਵਿਊਵਰ ਇੰਟਰਸਟਡ ਨੇ ਇਸ ਤਰ੍ਹਾਂ ਦੀ ਜਵੈਲਰੀ ਦੇ ਵਿੱਚ, ਉਹਨਾਂ ਨੇ ਤਾਂ ਕੱਲ੍ਹ ਵਾਲੀ ਵੀਡੀਓ ਦੇਖਣੀ ਹੀ ਦੇਖਣੀ ਹੈ, ਆਪਣਾ ਨੈਕਸਟ ਪਾਰਟ, ਕਿਉਂਕਿ ਇਹ ਵੀਡੀਓ ਬਹੁਤ ਲੰਬੀ ਬਣ ਜਾਂਦੀ। ਬਹੁਤ ਸੋਹਣੇ ਸੋਹਣੇ ਨੈਕਲੇਸ ਹੈ। ਮੈਂ ਸਾਰਿਆਂ ਦਾ ਤੁਹਾਨੂੰ ਜਿਹੜਾ ਪ੍ਰਾਈਜ਼ ਵੀ ਦੱਸੂਗੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ। ਅਤੇ ਇਹ ਨਹੀਂ ਹੈਗਾ ਵੀ ਕੱਲ੍ਹ ਵਾਲੀ ਵੀਡੀਓ ਆਪਣੀ ਜਵੈਲਰੀ ਦੀ ਹੈ, ਉਹਦੇ ਵਿੱਚ ਆਪਾਂ ਬਹੁਤ ਜ਼ਿਆਦਾ ਇੰਜੋਏ ਕੀਤਾ। ਹੋਰ ਵੀ ਸ਼ਹਿਰ ਦੇ ਵਿੱਚ ਸਾਰੀ ਜਿਹੜੀ ਮੈਂ ਵੀਡੀਓ ਹੈ ਤੁਹਾਡੇ ਨਾਲ ਕੱਲ੍ਹ ਨੂੰ ਸ਼ੇਅਰ ਕਰੂੰਗੀ। ਬਲੌਗ ਬਹੁਤ ਸੋਹਣਾ ਆਉਣ ਵਾਲਾ, ਕੱਲ੍ਹ ਵਾਲਾ ਵੀ ਤੁਸੀਂ ਨੈਕਸਟ ਪਾਰਟ ਜ਼ਰੂਰ ਦੇਖਣਾ ਹੈ। ਧੰਨਵਾਦ ਜੀ ਸਾਰਿਆਂ ਦਾ ਮੇਰੀ ਵੀਡੀਓ ਦੇਖਣ ਵਾਸਤੇ।